ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ, ਖਾਸ ਕਰਕੇ ਅਕਾਲੀ ਪੋਲਿਟਿਕਸ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹੁਣ ਕੁਝ ਵੱਡੇ ਅੱਜ ਫੈਸਲੇ, ਅਹਿਮ ਫੈਸਲੇ ਲਏ ਨੇ, ਜਿਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਜਿਵੇਂ ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਮਜੀਠੀਆ ਪਰਿਵਾਰ, ਕੈਰੋਂ ਪਰਿਵਾਰ ਤੇ ਚੰਦੂ ਮਾਜਰਾ ਪਰਿਵਾਰ ਨੂੰ ਸੁਖਬੀਰ ਨੇ ਪੰਜਾਬ ਦੀ ਪੋਲਿਟਿਕਸ ਦੇ ਵਿੱਚੋਂ ਆਊਟ ਕਰ ਦਿੱਤਾ ਲੱਗਦਾ ਹੈ। ਇਹ ਕਿਉਂ ਅਸੀਂ ਅਜਿਹੀ ਗੱਲ ਕਹਿ ਰਹੇ ਹਾਂ? ਆਖਰ ਅਜਿਹੇ ਫੈਸਲੇ ਲਏ ਕਿਹੜੇ ਆ ਸੁਖਬੀਰ ਨੇ, ਕੀ ਫੈਸਲੇ ਲਏ ਆ, ਉਹ ਵੀ ਤੁਹਾਨੂੰ ਦੱਸਾਂਗੇ। ਨਾਲ ਹੀ ਨਾਲ ਇਹ ਫੈਸਲੇ ਲਏ ਕਿਉਂ ਗਏ, ਕੀ ਮਜਬੂਰੀ ਸੀ ਸੁਖਬੀਰ ਦੀ ਜਾਂ ਫਿਰ ਵਾਕਈ ਇਹਨਾਂ ਦੀ ਜ਼ਰੂਰਤ ਸੀਗੀ। ਇਸ ਦੇ ਨਾਲ ਜਿਹੜੇ ਅੱਜ ਫੈਸਲੇ ਲਏ ਗਏ ਆ ਉਹਦੇ ਵਿੱਚ ਅਕਾਲੀ ਪੋਲਿਟਿਕਸ ਦੇ ਵਿੱਚ, ਖਾਸ ਕਰਕੇ ਬਾਦਲ ਜਿਹੜਾ ਪਰਿਵਾਰ ਹੈ ਉਹਦੀ ਪੋਲਿਟਿਕਸ ਦੇ ਵਿੱਚ ਕੀ ਸੁਧਾਰ ਆਊਗਾ, ਇਹਨਾਂ ਸਾਰੀਆਂ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਜੁੜੇ ਹੋਏ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਭੱਟੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ। ਭੱਟੀ ਸਾਹਿਬ, ਸ਼ੁਰੂਆਤ ਜਿਹੜੀ ਹੈ ਆਪਾਂ ਵੈਸੇ ਤਾਂ ਸਾਰੇ ਪੁਆਇੰਟਾਂ 'ਤੇ ਆਪਾਂ ਚਰਚਾ ਕਰਾਂਗੇ, ਕਾਫੀ ਜਿਹੜੇ ਅਹਿਮ ਪੁਆਇੰਟ ਹੈਗੇ ਆ, ਪਰ ਮੈਂ ਚਾਹੁੰਦਾ ਕਿ ਆਪਾਂ ਪਹਿਲਾਂ ਜਿਹੜੀ ਚਰਚਾ ਉਹ ਜਿਹੜੇ ਅੱਖੋਂ ਪਰੋਖੇ ਨਾ ਕੀਤੇ ਜਾਣ ਵਾਲੇ ਜਿਹੜੇ ਪੁਆਇੰਟ ਹੈਗੇ ਆ, ਜਿਹੜੇ ਕਿ ਜ਼ਿਆਦਾ ਮੇਨ ਪੁਆਇੰਟ ਆ, ਉਹਨਾਂ 'ਤੇ ਆਪਾਂ ਗੱਲਬਾਤ ਕਰੀਏ। ਸਭ ਤੋਂ ਪਹਿਲਾ ਫੈਸਲਾ ਤਾਂ ਇਹੀ ਲਿਆ ਗਿਆ ਅਕਾਲੀ ਦਲ ਦੇ ਵੱਲੋਂ ਕਿ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਮਿਲੂਗੀ। ਇਹ ਤੋਂ ਭਾਵ ਹੈ ਕਿ ਹਰਸਿਮਰਤ ਤੇ ਪ੍ਰਕਾਸ਼ ਸਿੰਘ ਬਾਦਲ ਹੁਣ ਚੋਣਾਂ ਨਹੀਂ ਲੜਨਗੇ, ਮਜੀਠੀਆ ਤੇ ਮਜੀਠੀਏ ਦੀ ਵਾਈਫ 'ਚੋਂ ਫਿਰ ਇੱਕੋ ਹੀ ਜਣਾ ਚੋਣ ਲੜੇਗਾ, ਤੇ ਉਧਰੋਂ ਚੰਦੂ ਮਾਜਰਾ ਪਰਿਵਾਰ ਆ ਜਿਹੜਾ, ਉਹਨਾਂ ਦੇ ਵਿੱਚ ਵੀ ਫਿਰ ਇੱਕੋ ਹੀ ਚੋਣ ਲੜੂਗਾ। ਤਾਂ ਉਧਰ ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜੇ ਇੱਕੋ ਪਰਿਵਾਰ ਦੀ ਗੱਲ ਕਰੀਏ ਤਾਂ ਮਜੀਠੀਏ ਨੂੰ ਜੇ ਟਿਕਟਾਂ ਮਿਲਦੀਆਂ ਰਹੀਆਂ ਤਾਂ ਉਹ ਬਾਦਲ ਪਰਿਵਾਰ ਦੇ ਨਾਲ ਜੁੜੇ ਹੋਣ ਦੇ ਕਰਕੇ ਮਿਲਦੀਆਂ ਰਹੀਆਂ, ਕਿ ਉਹਨਾਂ ਨੂੰ ਨਹੀਂ ਮਿਲੇਗੀ, ਕਿ ਕੈਰੋਂ ਪਰਿਵਾਰ ਨੂੰ ਟਿਕਟ ਨਹੀਂ ਮਿਲੂਗੀ, ਕਿ ਇਹ ਫਿਰ ਪੰਜਾਬ ਦੀ ਪੋਲਿਟਿਕਸ 'ਚੋਂ ਆਊਟ ਹੀ ਮੰਨੀਏ, ਜਾਂ ਗੱਲ ਕੀ ਹੈ? ਸਮਝਾਓ ਤੁਸੀਂ ਸਾਡੇ ਦਰਸ਼ਕਾਂ ਨੂੰ। ਸਿੱਧੂ ਸਾਹਿਬ, ਦੇਖੋ, ਇਹ ਹੈ ਕਿ ਜਿਸ ਮਜਬੂਰੀ ਦੇ ਵਿੱਚ, ਜਿਸ ਹਾਲਾਤ 'ਚ ਫੈਸਲੇ ਕੀਤੇ ਜਾ ਰਹੇ, ਇਹਨਾਂ ਨੂੰ ਧਿਆਨ 'ਚ ਰੱਖਣਾ ਬੜਾ ਜ਼ਰੂਰੀ ਹੈ ਕਿ ਹਾਰ ਤੋਂ ਬਾਅਦ, ਆਪ ਪਾਰਟੀ ਦੇ ਆਉਣ ਤੋਂ ਬਾਅਦ, ਮੇਜਰ ਜਿਹੜੀਆਂ ਪਾਰਟੀਆਂ ਸੀ ਪੰਜਾਬ ਦੀਆਂ, ਕਾਂਗਰਸ ਵੀ ਤੇ ਅਕਾਲੀ ਦਲ ਵੀ, ਬੜੀ ਬੁਰੀ ਹਾਲਾਤ ਦੇ ਵਿੱਚ ਨੇ। ਪਿਛਲੇ ਦਿਨਾਂ ਤੋਂ ਮੀਟਿੰਗਾਂ ਦਾ ਦੌਰ, ਬਿਆਨਬਾਜ਼ੀ, ਬੜਾ ਕੁਝ ਚੱਲਦਾ ਰਿਹਾ। ਇਹ ਦੋ ਇਹਦੇ ਚੋਂ ਚੀਜ਼ਾਂ, ਸੰਭਾਵਨਾਵਾਂ ਅਮਰਜ ਹੁੰਦੀਆਂ ਨੇ। ਇੱਕ ਤਾਂ ਅਕਾਲੀ ਦਲ ਜਿਹੜਾ ਹੈ ਉਹ ਆਪਣੇ ਆਪ ਨੂੰ ਦੁਬਾਰਾ ਰੈਲੇਵੈਂਟ ਬਣਾਉਣ ਦੇ ਲਈ ਇਹ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਪਰਿਵਾਰਵਾਦ ਦਾ ਟੈਗ ਹੈ ਜਿਹੜਾ ਆਪਣੇ ਤੋਂ ਲਾਈਏ। ਜਿਹੜਾ ਇਹ ਬਣ ਗਿਆ ਸੀ ਵੀ ਅਕਾਲੀ ਦਲ ਮੀਨਸ ਬਾਦਲ ਪਰਿਵਾਰ, ਉਹਨੂੰ ਧੋਣਾ ਚਾਹੁੰਦੇ ਨੇ ਇੱਕ ਤਾਂ। ਦੂਜੀ ਚੀਜ਼ ਇਹ ਹੈ ਕਿ ਉਹ ਆਪਣਾ ਘੇਰਾ ਥੋੜਾ ਵਿਸ਼ਾਲ ਕਰਨਾ ਚਾਹੁੰਦੇ ਨੇ, ਖਾਸ ਕਰਕੇ ਯੂਥ ਦੇ ਵਿੱਚ। ਜਿਸ ਤਰ੍ਹਾਂ ਉਹਨੇ ਕਿਹਾ ਵੀ 35 ਸਾਲ ਤੋਂ ਉੱਪਰ ਵਾਲਾ ਯੂਥ ਅਕਾਲੀ ਦਲ ਦਾ ਜਾਂ ਉਹਦਾ ਮੈਂਬਰ ਨਹੀਂ ਹੋਊਗਾ, ਤੇ ਇੱਕ ਉਹ ਵਾਪਸ ਦੁਬਾਰਾ ਕਲੇਮ ਕਰਨਾ ਚਾਹੁੰਦੇ ਨੇ ਆਪਣੀ ਕੋਰ ਕੰਸਟੀਚੁਐਂਸੀ ਜਿਹੜੀ ਹੈ, ਕਿ ਪੰਥਕ ਮੁੱਦਿਆਂ ਵੱਲ ਨੂੰ ਵੀ ਆਉਣਾ ਚਾਹੁੰਦੇ ਨੇ ਇਸ ਦੇ ਵਿੱਚ। ਇਸ ਕਰਕੇ SOI ਦੇ ਨਾਲ ਸਿੱਖ ਫੈਡਰੇਸ਼ਨ ਦਾ ਜੋੜਨਾ, ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਇਸ ਪ੍ਰਸੰਗ ਦੇ ਵਿੱਚ ਦੇਖੀਏ ਕਿ ਇੱਕ ਵਾਰ ਉਹਨਾਂ ਨੂੰ ਦੁਬਾਰਾ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ। ਕਿਉਂਕਿ ਖਤਰਾ ਇਹ ਨਹੀਂ ਹੈ ਕਿ ਹਾਰ ਗਏ ਨੇ ਜਾਂ ਘਰ ਬੈਠ ਗਏ ਨੇ ਜਾਂ ਬਿਜ਼ਨਸ ਠੱਪ ਹੋ ਜਾਣਗੇ, ਇਹ ਗੱਲ ਨਹੀਂ ਹੈ। ਖਤਰਾ ਇਹ ਹੈ ਅਗਲਾ ਕਿ ਜਿਹੜੀਆਂ ਸੰਸਥਾਵਾਂ ਨੇ ਸਿੱਖਾਂ ਦੀਆਂ, ਖਾਸ ਕਰਕੇ ਗੁਰਦੁਆਰੇ, ਤੇ ਅਕਾਲ ਤਖਤ ਦੇ ਜਥੇਦਾਰ ਨੇ ਵੀ ਕਿਹਾ ਸੀ, ਉਹਨਾਂ ਦੇ ਲਈ ਵੀ, ਉਹਨਾਂ ਦੇ ਕਬਜ਼ੇ ਦੀ ਲੜਾਈ ਵੀ ਅੱਗੇ ਤਿਆਰ ਹੈ ਆਉਣ ਦੇ ਲਈ। ਤੇ ਉਹਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਦੁਬਾਰਾ ਰੈਲੇਵੈਂਟ ਹੋਣਾ ਚਾਹੁੰਦੇ ਨੇ, ਦੁਬਾਰਾ ਆਪਣੇ ਆਪ ਨੂੰ ਡੈਮੋਕ੍ਰੈਟਿਕ ਹੋਣਾ ਚਾਹੁੰਦੇ ਨੇ, ਦੁਬਾਰਾ ਇਹ ਦੱਸਣਾ ਚਾਹੁੰਦੇ ਨੇ ਆਮ ਜਿਹੜੇ ਸਿੱਖ ਤਬਕੇ ਨੇ, ਅਕਾਲੀ ਤਬਕੇ ਨੇ, ਕਿ ਭਾਈ ਤੁਹਾਡੀ ਵੀ ਜਗ੍ਹਾ ਹੈਗੀ ਹੈ, ਅਸੀਂ ਉਹੀ ਹੁਣ ਮੁੜਕ ਨਹੀਂ ਮਾਰ ਕੇ ਬੈਠਣੀ ਸਾਰੀ ਚੀਜ਼ ਦੇ ਉੱਪਰ। ਇਹ ਸੁਨੇਹਾ ਇਹਦਾ ਇਹ ਹੈ। ਨਹੀਂ, ਫਿਰ ਇਹ ਕੀ ਮੰਨੀਏ ਕਿ ਮਜੀਠੀਆ ਪਰਿਵਾਰ, ਕੈਰੋਂ ਪਰਿਵਾਰ ਇਹ ਚੋਣਾਂ ਫਿਰ ਨਹੀਂ ਲੜਨਗੇ, ਕਿਉਂਕਿ ਹਰਸਿਮਰਤ ਤਾਂ ਫਿਰ ਨਹੀਂ ਲੜਨਗੇ, ਤਾਂ ਪੱਕਾ ਹੀ ਹੈ ਕਿ ਜਾਂ ਫਿਰ ਜਿਵੇਂ ਕਾਂਗਰਸ ਵਾਲੇ ਕਰਦੇ ਆ, ਫੈਸਲਾ ਕਰ ਲੈਂਦੇ ਆ, ਬਾਅਦ 'ਚ ਉਹਦੇ ਵਿੱਚ ਗਾਂਧੀ ਪਰਿਵਾਰ ਨੂੰ ਰਿਲੈਕਸੇਸ਼ਨ ਦੇ ਦਿੰਦੇ ਆ ਕਿ ਭਾਈ ਗਾਂਧੀ ਪਰਿਵਾਰ ਨੂੰ ਰਿਲੈਕਸੇਸ਼ਨ ਆ, ਬਾਕੀ ਜਿਹੜੇ ਆ, ਬਾਕੀ ਸਾਰੀ ਕਾਂਗਰਸ ਦੇ ਉੱਪਰ ਜਿਹੜੇ ਆ ਉਹ ਰੂਲ ਐਂਡ ਰੈਗੂਲੇਸ਼ਨ ਜਿਹੜੇ ਲਾਗੂ ਹੁੰਦੇ ਆ। ਉਸੇ ਤਰੀਕੇ ਦੇ ਨਾਲ ਹੀ ਫਿਰ ਕਿਤੇ ਇੱਦਾਂ ਤਾਂ ਨਹੀਂ ਗਾ ਕਿ ਬਾਕੀ ਅਕਾਲੀ ਦਲ ਦੇ ਉੱਪਰ ਸਾਰੇ ਰੂਲ ਐਂਡ ਰੈਗੂਲੇਸ਼ਨ ਲਾਗੂ ਹੋ ਜਾਣ, ਬਾਦਲ ਪਰਿਵਾਰ ਨੂੰ ਛੋਟਾਂ ਮਿਲ ਜਾਣ? ਨਹੀਂ, ਇਸ ਤਰ੍ਹਾਂ ਤਾਂ ਨਹੀਂ। ਦੇਖੋ, ਜਿਹੜਾ ਇਹ ਫੈਸਲੇ ਦੀ ਬੜੀ ਟਿਕਲਿਸ਼ ਚੀਜ਼ ਇਹ ਹੈ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਟਿਕਟ ਹੈ, ਇਹ 'ਚ ਰਿਸ਼ਤੇਦਾਰਾਂ ਤੇ ਪਾਬੰਦੀ ਨਹੀਂ ਹੈ। ਨਹੀਂ, ਪਰ ਸਮਝਣ ਵਾਲੀ ਗੱਲ ਇਹ ਹੈ, ਜਿਵੇਂ ਭਗਵੰਤ ਸਿੰਘ ਮਾਨ ਹੋਣੀ, ਦੇਖੋ ਪੂਰਾ ਪੰਜਾਬ, ਡਾਕਟਰ ਸਾਹਿਬ ਤੁਸੀਂ ਸਾਡੇ ਤੋਂ ਬੜਾ ਵੱਡਾ ਤਜਰਬਾ ਰੱਖਦੇ ਹੋ, ਤੁਸੀਂ ਵੀ ਚੰਗੇ ਤਰੀਕੇ ਨਾਲ ਸਮਝਦੇ ਹੋ, ਪਰ ਜਿੰਨਾ ਕਿ ਅਸੀਂ ਸਮਝਦੇ ਹਾਂ, ਜਾਂ ਭਗਵੰਤ ਸਿੰਘ ਮਾਨ ਹੋਰੀ ਵੀ ਜਿਸ ਤਰੀਕੇ ਦੇ ਨਾਲ ਇਹ ਗੱਲ ਕਹਿੰਦੇ ਰਹੇ ਕਿ ਬਾਦਲ ਪਰਿਵਾਰ 5 ਜਿਹੜੇ ਆ ਉਹ ਟਿਕਟਾਂ ਲੜ ਰਿਹਾ ਹੈ,
ਜਿਵੇਂ ਮਜੀਠੀਏ ਦੀ ਕੋਈ ਆਪਣੀ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਸੀ, ਉਹ ਜੇ ਪੋਲਿਟਿਕਸ ਦੇ ਵਿੱਚ ਆਏ ਤਾਂ ਇਸੇ ਬਾਦਲ ਪਰਿਵਾਰ ਦੇ ਕਰਕੇ, ਕਿਉਂਕਿ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਸੀਗੇ। ਤਾਂ ਉਧਰ ਕੈਰੋਂ ਪਰਿਵਾਰ ਦਾ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਆਪਣਾ ਪੋਲੀਟੀਕਲ ਜਿਹੜਾ ਇੱਕ ਬੈਕਗਰਾਉਂਡ ਰਿਹਾ, ਉਹਨਾਂ ਦਾ ਵੱਡਾ ਪੋਲੀਟੀਕਲ ਬੈਕਗਰਾਉਂਡ ਰਿਹਾ। ਤਾਂ ਉਹ ਮੈਂ ਤਾਂ ਕਰਕੇ ਇਸ ਤਰੀਕੇ ਦੀ ਗੱਲ ਕਰ ਰਿਹਾ। ਨਹੀਂ, ਉਹ ਰਿਸ਼ਤੇਦਾਰਾਂ ਤੇ ਪਾਬੰਦੀ ਨਹੀਂ ਲਾਉਣਗੇ। ਇਹ ਹੋਊਗਾ ਕਿ ਮਜੀਠੀਆ ਪਰਿਵਾਰ ਦਾ ਇੱਕ ਬੰਦਾ ਹੋ ਗਿਆ, ਕੈਰੋਂ ਪਰਿਵਾਰ ਦਾ ਇੱਕ ਹੋ ਗਿਆ, ਬਾਦਲ ਪਰਿਵਾਰ ਦਾ ਇੱਕ ਹੋ ਗਿਆ, ਚੰਦੂ ਮਾਜਰਾ ਪਰਿਵਾਰ ਦਾ ਇੱਕ ਹੋ ਗਿਆ, ਦੂਜੇ ਨੂੰ ਕੁਝ ਹੋਰ ਬਣਾ ਦੇਣਗੇ। ਉਹ ਜ਼ਿਲ੍ਹੇ ਦਾ ਪ੍ਰਧਾਨ, ਇਲਾਕਾ ਇੰਚਾਰਜ, ਹਲਕਾ ਇੰਚਾਰਜ ਬਣਾ ਦੇਣਗੇ, ਇੱਕ ਨੂੰ ਐਮਐਲਏ ਲਗਾ ਜਿਹੜੀ ਹੁਣ ਕਹਿ ਸਕਦੇ ਹਾਂ ਕਿ ਪੁੱਤ ਜਾਂ ਨੂੰਹ ਨੂੰ ਜਾਂ ਪੋਤੇ ਨੂੰ ਟਿਕਟ ਨਹੀਂ ਮਿਲੂਗੀ, ਹੁਣ ਭਤੀਜਿਆਂ ਨੂੰ, ਭਾਣਜਿਆਂ ਨੂੰ, ਜਵਾਈਆਂ ਨੂੰ ਟਿਕਟ ਮਿਲ ਜੂਗੀ। ਹਾਂ, ਉਹ ਥੋੜਾ ਰਿਸ਼ਤੇਦਾਰ ਵੀ ਜਿਹੜੇ ਰੁੱਸੇ ਹੋਏ ਸੀ ਜੁੜ ਜਾਣਗੇ ਨਾਲ ਨਾ, ਕਿਉਂਕਿ ਇਹ ਮਤਲਬ ਇੱਕ ਜਿਹੜੀ ਫੈਮਿਲੀ ਹੈ ਨਾ, ਪ੍ਰਾਇਮਰੀ ਪਰਿਵਾਰ ਹੈ ਜਿਹੜਾ, ਉਹਦੇ ਵਿੱਚੋਂ ਦੋ ਨੂੰ ਨਹੀਂ ਮਿਲੂਗੀ, ਇਦਾਂ ਲੱਗ ਰਿਹਾ ਹੈ। ਬਾਕੀ ਤੁਹਾਡੀ ਗੱਲ ਠੀਕ ਹੈ, ਕੋਈ ਪਤਾ ਨਹੀਂ ਕੱਲ ਨੂੰ ਉਹ ਕਹਿਣਗੇ ਜੀ ਕੁਝ ਪਰਿਵਾਰਾਂ ਨੂੰ ਇਜਾਜ਼ਤ ਦੇ ਦਿਓ। ਗਾਂਧੀ ਫੈਮਿਲੀ ਆਪਣੇ ਸਾਹਮਣੇ ਹੀ ਹੈ ਐਗਜ਼ਾਮਪਲ। ਉਹ ਕੱਲ ਤੋਂ ਰਿਜ਼ਾਈਨ ਕੀਤਾ ਹੋਇਆ ਰਾਹੁਲ ਨੇ, ਫਿਰ ਵੀ ਚਲਾ ਉਹੀ ਰਿਹਾ ਕਾਂਗਰਸ ਨੂੰ। ਸੋ ਇਦਾਂ ਵੀ ਚੱਲਦਾ ਰਹਿੰਦਾ, ਰਿਮੋਟ ਕੰਟਰੋਲ ਸਿਸਟਮ ਵੀ ਚੱਲੂਗਾ ਇਹਦੇ ਵਿੱਚ। ਬਿਲਕੁਲ ਬਿਲਕੁਲ। ਤਾਂ ਉਧਰ ਦੂਜੇ ਪਾਸੇ ਇੱਕ ਇਹ ਵੀ ਵੱਡਾ ਫੈਸਲਾ ਲਿਆ ਗਿਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿ ਜਿਹੜਾ ਪ੍ਰਧਾਨ ਹੈ ਉਹ ਕਹਿੰਦੇ ਲਗਾਤਾਰ ਦੋ ਵਾਰ ਤੋਂ ਜ਼ਿਆਦਾ ਪ੍ਰਧਾਨ ਨਹੀਂ ਕਹਿੰਦੇ ਰਹਿ ਸਕਦਾ। 5 ਸਾਲਾਂ ਦੀ ਪ੍ਰਧਾਨ ਦੀ ਕਹਿੰਦੇ ਟਰਮ ਹੈ, ਤੇ ਕਹਿੰਦੇ 2 ਵਾਰ ਲਗਾਤਾਰ, ਯਾਨੀ ਕਿ 10 ਸਾਲ ਲਗਾਤਾਰ ਪ੍ਰਧਾਨ ਰਹਿਣ ਤੋਂ ਬਾਅਦ ਤੀਜੀ ਵਾਰ ਜੇ ਉਹਨੇ ਪ੍ਰਧਾਨਗੀ ਉਹ ਕਹਿੰਦੇ ਨਹੀਂ ਲੜ ਸਕਦਾ, 5 ਸਾਲਾਂ ਦੀ ਬ੍ਰੇਕ ਲੈਣੀ ਪਊਗੀ ਵਿੱਚ ਵਿਚਾਲੇ। ਤਾਂ ਸੁਖਬੀਰ ਸਿੰਘ ਬਾਦਲ ਤਾਂ ਫਿਰ ਕਾਫੀ ਲੰਬੇ ਸਮੇਂ ਦੇ ਪ੍ਰਧਾਨ ਬਣੇ ਹੋਏ ਆ, ਕੀ ਲੱਗਦਾ ਕਿ ਉਹਨਾਂ ਦੀ ਵੀ ਹੁਣ ਟਰਮ ਜਿਹੜੀ ਆ ਪੂਰੀ ਹੋਣ ਵਾਲੀ ਹੈ, ਉਹ ਛੱਡਣਗੇ ਜਾਂ ਫਿਰ ਉਹਨਾਂ ਦੀ ਆਪਣੇ ਤੇ ਇਹ ਟਰਮ ਜਿਹੜੀ ਆ ਹਲੇ ਜਦੋਂ ਖਤਮ ਹੋਊਗੀ ਤਾਂ ਉਦੋਂ ਬਾਅਦ ਚ 2 ਸਾਲਾਂ ਵਾਲਾ 2 ਟਰਮਾਂ ਵਾਲਾ ਜਿਹੜਾ ਫਾਰਮੂਲਾ ਲਾਗੂ ਕਰਨਗੇ ਆਪਦੇ ਤੇ? ਜੇ ਇਸ ਵਾਰ ਤੋਂ ਹੀ ਲਾਗੂ ਕਰਨਾ ਹੁੰਦਾ ਫਿਰ ਤਾਂ ਇੰਨਾ ਰੌਲਾ ਰੱਪਾ ਪਿਆ ਹੁਣੀ ਛੱਡ ਦਿੰਦੇ। ਇੱਕਦਮ ਨਹੀਂ ਲਾਗੂ ਹੋਊਗਾ। ਉਹ ਕਹਿਣਗੇ ਵੀ ਇਹ ਜਿਹੜੇ 5 ਸਾਲ ਨੇ ਇਹ ਟਰਮ ਤੋਂ ਬਾਅਦ ਫਿਰ ਦੂਜਾ ਸ਼ੁਰੂ ਹੋਊਗਾ ਅਸਲ ਦੇ ਵਿੱਚ, ਕਿਉਂਕਿ ਪਿੱਛੇ ਨੂੰ ਤਾਂ ਫੈਸਲੇ ਜਾ ਨਹੀਂ ਸਕਦੇ। ਇੱਕ ਵਾਰੀ ਅਕਾਲੀ ਦਲ ਰਿਵਾਈਵ ਹੋ ਗਿਆ, ਦੇਖੋ ਇਹ ਹੁਣ ਧੱਕਾ ਸਟਾਰਟ ਗੱਡੀ ਹੋਈ ਹੈ, ਸਵਾਰੀਆਂ ਨੂੰ ਉਤਰ ਕੇ ਕਿਹਾ ਜਾ ਰਿਹਾ ਵੀ ਧੱਕਾ ਲਾਓ। ਜਦੋਂ ਗੱਡੀ ਸਟਾਰਟ ਹੋ ਗਈ ਫਿਰ ਜਿਹੜੀ ਸਵਾਰੀ ਚਾੜਨੀ ਹੈ ਚਾੜ ਲੈਣਗੇ, ਜਿਹੜੀ ਰਹਿ ਗਈ। ਸੋ ਇਹ ਇਸ ਤਰ੍ਹਾਂ ਹੀ ਹੁੰਦਾ ਨਹੀਂ। ਫਿਰ ਹੁਣ ਕਹਿਣ ਦਾ ਭਾਵ ਵੀ ਸੁਖਬੀਰ ਸਿੰਘ ਬਾਦਲ ਹੁਣ ਹੀ ਮਜਬੂਰੀ ਦੇ ਵਿੱਚ ਇਹ ਝੁੰਦਾ ਕਮੇਟੀ ਵੀ ਜਿਹੜੀ ਬਣੀ ਹੈ ਉਹਨੇ ਵੀ ਜਿਹੜੇ ਫੈਸਲੇ ਦੱਸੇ ਸੀ। ਇੱਕ ਬੜਾ ਹੋਰ ਅਹਿਮ ਫੈਸਲਾ ਸਰ ਇਹਨਾਂ ਦੇ ਵੱਲੋਂ ਲਿਆ ਗਿਆ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਹੋਣਗੇ ਉਹ ਵੀ ਜਿਹੜੇ ਆ ਉਹ ਸਾਬਤ ਸੂਰਤ ਹੋਣਗੇ, ਹੋਰ ਜਿਹੜੇ ਅਹੁਦੇਦਾਰੀਆਂ ਦੇਣੀਆਂ। ਕਹਿੰਦੇ ਕਿ ਬਾਕੀ ਜਿਹੜੇ ਹੋਰ ਧਰਮਾਂ ਦੇ ਲੋਕਾਂ ਨੂੰ ਅਸੀਂ ਅਹੁਦੇਦਾਰੀਆਂ ਦੇਵਾਂਗੇ, ਉਹ ਆਪਣੇ ਧਰਮ ਦੇ ਮੁਤਾਬਿਕ ਜਿਸ ਤਰੀਕੇ ਨਾਲ ਮਰਜ਼ੀ ਕਰ ਸਕਦੇ ਆ, ਪਰ ਜੇ ਅਸੀਂ ਸਿੱਖ ਨੂੰ ਕਿਸੇ ਦੇ ਨਾਮ ਦੇ ਮਗਰ ਸਿੰਘ ਲੱਗਦਾ ਹੈ, ਜੇ ਅਸੀਂ ਉਹਨੂੰ ਕਹਿੰਦੇ ਕੋਈ ਜ਼ਿੰਮੇਵਾਰੀ ਦੇਵਾਂਗੇ, ਉਹ ਸਾਬਤ ਸੂਰਤੀ ਹੋਊਗਾ। ਕਿਵੇਂ ਦੇਖਦੇ ਹੋ ਸਿੱਖ ਵੋਟਰਾਂ ਤੇ ਸਿੱਖ ਜਗਤ ਦੇ ਵਿੱਚ ਦੁਬਾਰਾ ਤੋਂ ਆਪਣੀ ਪੈਂਠ ਬਣਾਉਣ ਦੀ ਇਹ ਕੋਸ਼ਿਸ਼ ਹੈ, ਜਾਂ ਫਿਰ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਇੱਕ ਤੋਂ ਬਾਅਦ ਜਿਹੜੀ ਕਮੇਟੀ ਖੁੱਸਦੀ ਜਾ ਰਹੀ ਹੈ, ਜਿਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਸ ਗਈ, ਇਹਨਾਂ ਤੋਂ ਡਰ ਇਹਨਾਂ ਨੂੰ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਸਣ ਦਾ ਵੀ ਹੈਗਾ। ਕੀ ਲੱਗਦਾ ਹੈ ਕਿ ਸਿੱਖ ਜਗਤ ਦੇ ਵਿੱਚ ਦੁਬਾਰਾ ਪੈਂਠ ਬਣਾਉਣ ਦੇ ਲਈ ਇਹ ਗੱਲ ਕੀਤੀ ਜਾ ਰਹੀ ਹੈ? ਕਿਉਂਕਿ ਪਹਿਲਾਂ ਮੋਨੇ ਘੋਨੇ ਜ਼ਿਆਦਾ ਪ੍ਰਧਾਨ ਬਣਾ ਲਏ ਸੀਗੇ, ਤੇ ਹੁਣ ਇਹਨਾਂ ਦੇ ਵੱਲੋਂ ਸ਼ਾਇਦ ਲੱਗਦਾ ਹੋਵੇ ਕਿ ਯਾਰ ਉਹਦੇ ਕਰਕੇ ਸਾਡੀ ਜਿਹੜੀ ਪੰਥਕ ਵੋਟ ਹੈ, ਪੰਥਕ ਹਲਕੇ ਜਿਹੜੇ ਆ ਉਹ ਸਾਡੇ ਨਾਲ ਟੁੱਟ ਗਏ ਨੇ। ਦੁਬਾਰਾ ਇਹੋ ਜਿਹੇ ਫੈਸਲੇ ਲੈਣ ਦੇ ਨਾਲ ਉਹਨਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼। ਦੇਖੋ, ਜਿਹੜੀ ਮੋਗਾ ਕਾਨਫਰੰਸ ਹੋਈ ਸੀ ਉਹਦੇ 'ਚ ਜਿਹੜਾ ਅਕਾਲੀ ਦਲ ਹੈ ਇਹਨੂੰ ਪੰਜਾਬੀ ਅਕਾਲੀ ਦਲ ਬਣਾ ਦਿੱਤਾ ਗਿਆ ਸੀ। ਉਹਦੇ 'ਚ NK ਸ਼ਰਮੇ ਹੋਣੀ, ਕਿੰਨੇ ਸਾਰੇ ਆਏ, ਕੋਈ ਮਤਲਬ ਏਦਾਂ ਦਾ ਭੇਦਭਾਵ ਨਹੀਂ ਸੀ। ਮੁੜ ਕੇ ਇਹ ਵੀ ਮਸਲਾ ਉੱਠਦਾ ਰਿਹਾ ਬਹੁਤ ਸਾਰਾ, ਲੋਕ ਕਹਿੰਦੇ ਰਹੇ ਨੇ ਵੀ ਸਰਦਾਰ ਸੁਖਬੀਰ ਬਾਦਲ ਜੀ ਇਹ ਵੀ ਅੰਮ੍ਰਿਤ ਛਕ ਲੈਣ। ਹੁਣ ਇਹ ਸਾਬਤ ਸੂਰਤ ਜਿਹੜਾ ਸਿੱਖ ਹੈ ਇਹਦੀ ਵੀ ਬਹੁਤ ਸਾਰੀਆਂ ਪਰਿਭਾਸ਼ਾਵਾਂ ਨੇ, ਬਹੁਤ ਸਾਰੀਆਂ ਡੈਫੀਨੇਸ਼ਨਸ ਨੇ ਕਿ ਸਾਬਤ ਸੂਰਤ ਕਿੰਨਾ। ਇੱਕ ਸਮਾਂ ਤਾਂ ਇਹ ਆਇਆ ਸੀ ਕਿ ਦਾੜੀ ਜਿਹੜੀ ਬੰਨੀ ਹੋਈ ਹੈ ਉਹ ਵੀ ਖੋਲ ਲੈਣੀ ਚਾਹੀਦੀ ਹੈ। ਇਹ ਹੁਣ ਹੈ ਤਾਂ ਇਹ ਪੰਥਕ ਮੁੱਦਿਆਂ ਨੂੰ ਦੁਬਾਰਾ ਰੀਕਲੇਮ ਕਰਨ ਦੀ ਗੱਲ, ਕਿਉਂਕਿ ਸਿਮਰਨਜੀਤ ਮਾਨ ਦਾ ਦਲ ਇੱਕ ਕਿਸਮ ਦੇ ਨਾਲ ਉਹਦੇ ਸੀਟ ਜਿੱਤਣ ਦੇ ਨਾਲ ਇਹਨਾਂ ਨੂੰ ਖਤਰਾ ਖੜਾ ਹੋ ਗਿਆ। ਦੂਜੀ ਚੀਜ਼ ਇਹ ਹੈ ਕਿ ਧਾਰਮਿਕ ਸਾਧਨ ਨੇ ਜਿਹੜੇ ਉਹਨਾਂ ਦੇ ਉੱਪਰ ਕਬਜ਼ੇ ਦੀ ਲੜਾਈ ਹੋਣੀ ਹੈ ਹੁਣ ਇੱਕ ਵਾਰੀ, ਕਿਉਂਕਿ ਅਕਾਲੀ ਦਲ ਕੋਲ ਪਹਿਲਾਂ ਤਾਂ ਸਰਕਾਰੀ ਪਾਵਰ ਹੁੰਦੀ ਸੀ, ਕੋਈ ਬੋਲ ਨਹੀਂ ਸੀ ਸਕਦਾ। ਹੁਣ ਸਵਾਲ ਖੜੇ ਹੋਣਗੇ ਔਰ ਉਹਨਾਂ ਸਵਾਲਾਂ ਤੋਂ ਦੇ ਡਰ ਚੋਂ ਹੀ ਇਹ ਚੀਜ਼ਾਂ ਨਿਕਲ ਰਹੀਆਂ ਨੇ। ਤੋ ਇਹ ਕਹਿਣਾ ਵੀ ਸਾਬਤ ਸੂਰਤ ਹੋਊਗਾ, ਫਿਰ ਹੌਲੀ ਹੌਲੀ ਉਹ ਸਾਬਤ ਸੂਰਤ ਦੀ ਡੈਫੀਨੇਸ਼ਨ ਕੀ ਬਣਦੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮਸਲਾ ਉੱਠੂਗਾ, ਉਹ ਕਿ ਕਿੰਨਾ ਕੁ ਬੰਦਾ ਅੰਮ੍ਰਿਤਧਾਰੀ ਹੋਵੇ, ਕਿ ਸਹਿਜਧਾਰੀ ਹੋਵੇ, ਕਿਸ ਤਰ੍ਹਾਂ ਦੀ ਉਹਦੀ ਦਿੱਖ ਹੋਵੇ। ਜਿਹੜੇ ਦੂਜੇ ਨੇ ਉਹ ਵੀ ਮਤਲਬ ਜਿਹੜਾ ਹੁਣ ਬ੍ਰਾਹਮਣ ਹੈ ਵੀ ਉਹ ਕਿਸ ਤਰ੍ਹਾਂ ਬ੍ਰਾਹਮਣ ਹੋਵੇ, ਜਾਂ ਮਤਲਬ ਇਹ ਆਪਣੇ ਆਪ ਦੇ ਵਿੱਚ ਸਿਰਫ ਇਹੀ ਹੈ ਕਿ ਦੁਬਾਰਾ ਉਹ ਉਸ ਜਿਹੜੀ ਕੋਰ ਕੰਸਟੀਚੁਐਂਸੀ ਹੈ ਅਕਾਲੀ ਦਲ ਦੀ ਉਹਨੂੰ ਐਡਰੈਸ ਹੋਣਾ ਚਾਹੁੰਦੇ ਨੇ ਕਿ ਤੁਹਾਡੇ ਬਿਨਾਂ ਸਾਡਾ ਗੁਜ਼ਾਰਾ ਨਹੀਂ, ਸਾਡੇ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ ਹੈ।
ਪਰ ਇਹ ਗੱਲ ਸੱਚੀ ਵੀ ਹੈ ਕਿ ਰੀਜਨਲ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ, ਉਹ ਇੱਕ ਸਟਰੋਂਗ ਪਾਰਟੀ ਚਾਹੀਦੀ ਹੈ, ਕਿਉਂਕਿ ਚਾਹੀਦੀ ਹੈ। ਦੂਜੀਆਂ ਪਾਰਟੀਆਂ ਨੇ, ਕਾਂਗਰਸ ਹੋਈ, ਆਪ ਹੋਈ, ਇਹ ਦਿੱਲੀ ਕੰਟਰੋਲਡ ਪਾਰਟੀਆਂ ਨੇ। ਹਾਲਾਂਕਿ ਹੈ ਤਾਂ ਰਿਮੋਟ ਕੰਟਰੋਲਡ, ਅਕਾਲੀ ਦਲ ਵੀ ਦਿੱਲੀ ਦੌਰ ਆਈ, ਪਰ ਫਿਰ ਵੀ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ, ਲੋਕਲ ਕਲਚਰ ਨੂੰ ਜਿਹੜੇ ਲੋਕ ਸਮਝਦੇ ਨੇ, ਉਹਨਾਂ ਦੇ ਵਿੱਚ ਲੋਕਾਂ ਦਾ ਨੇਚਰਲੀ ਜ਼ਿਆਦਾ ਕੰਫਰਟ ਲੈਵਲ ਉਹਨਾਂ ਦੇ ਨਾਲ ਹੁੰਦਾ ਹੈ। ਸੋ ਇਹ ਉਸ ਚੀਜ਼ ਨੂੰ ਐਡਰੈਸ ਕਰਨ ਦੀ ਗੱਲ ਹੈ ਕਿ ਸਾਡਾ ਆਪਣਾ ਪੰਜਾਬੀਆਂ ਦਾ, ਸਿੱਖਾਂ ਦਾ ਦਲ ਹੈ। ਬਿਲਕੁਲ। ਤਾਂ ਗੋਲਮੋਲ ਜੀ, ਇਹ ਜਿਹੜੇ ਲੱਗ ਰਹੇ ਆ, ਇੱਕ ਹੋਰ ਅਹਿਮ ਫੈਸਲਾ, 117 ਸੀਟਾਂ ਦੇ ਵਿੱਚੋਂ 50% ਸੀਟਾਂ ਕਹਿੰਦੇ 50 ਸਾਲ ਤੋਂ ਥੱਲੇ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ। ਕੀ ਲੱਗਦਾ ਹੈ ਕਿ ਸੁਖਬੀਰ ਨੇ ਇੱਕ ਹੋਰ ਪੈਂਤੜਾ ਚੱਲਤਾ ਕਿ ਜਿਹੜੇ ਤਾਂ ਬਾਪੂ ਬਾਦਲ ਦੇ ਨਾਲ ਦੇ ਸੀਗੇ ਉਹ ਤਾਂ ਸਾਰੇ ਪਾਰਟੀ ਚੋਂ ਬਾਹਰ ਕੱਢ ਹੀ ਦਿੱਤੇ ਆ, ਜਿਹੜੇ ਆਪਦੇ ਤੋਂ ਥੋੜੇ ਬਹੁਤੇ ਸੀਨੀਅਰ ਰਹਿ ਗਏ ਸੀਗੇ ਉਹ ਮੈਨੂੰ ਲੱਗਦਾ ਇਸ ਕੈਟਾਗਰੀ 'ਚ ਇਹਨਾਂ ਨੇ ਬਾਹਰ ਕਰ ਦੇਣੇ ਆ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ 117 ਦੇ ਵਿੱਚੋਂ 50% ਵਾਲੇ ਜਿਹੜੇ ਟਿਕਟਾਂ ਯੂਥ ਨੂੰ ਦੇਣੀਆਂ ਨੇ? ਇਹਦੇ 'ਚ ਥੋੜਾ ਤੁਸੀਂ ਨਾ ਸਿਆਸਤ ਨੂੰ ਸਮਝੋ। ਸਿਆਸਤ ਤੇ ਬਿਜ਼ਨਸ ਹੈ ਨਾ ਜਿਹੜਾ, ਇਹਦੇ 'ਚ ਪਰਿਵਾਰ ਹੈ ਜਿਹੜਾ, ਉਹ ਬੜਾ ਜੰਮਿਆ ਹੁੰਦਾ। ਇਹ ਜਿਹੜੇ ਉਹਨਾਂ ਦੇ ਬੱਚੇ ਨੇ ਅਗਲੇ, ਜਿਹੜੇ 50 ਸਾਲ ਵਾਲੇ ਨੇ, ਪਹਿਲੇ ਜਿਹੜੇ ਇੱਕ ਧਿਰ ਤੇ ਜਿਹੜੇ ਬਾਪੂ ਸੀ ਬਾਦਲ ਸਾਹਿਬ ਦੇ ਨਾਲ ਦੇ, ਉਹ ਤਾਂ ਸਾਰੇ ਝਾੜ ਝੂੜ ਦਿੱਤੇ ਸੀ ਪਹਿਲਾਂ ਹੀ। ਉਹਨਾਂ ਦੀ ਜਿਹੜੀ ਸੈਕੰਡ ਜਨਰੇਸ਼ਨ ਹੈ, ਜਿਹੜੇ ਜਿਸ ਤਰ੍ਹਾਂ ਮਤਲਬ ਮਿਡਲ ਏਜ ਤੋਂ ਉੱਪਰ ਵਾਲੇ ਜਿਹੜੇ ਹੈਗੇ, ਇਹ ਉਹਨਾਂ ਦੇ ਬੱਚਿਆਂ ਲਈ ਹੈ ਅਸਲ ਦੇ ਵਿੱਚ, ਕਿ ਉਹਨਾਂ ਨੂੰ ਤਾਂ ਕਿ ਲੱਗੇ ਵੀ ਸਾਡਾ ਫਿਊਚਰ ਇਹਦੇ ਵਿੱਚ ਹੋਊਗਾ, ਸਾਡੇ ਬੱਚੇ ਵੀ ਇਹਦੇ 'ਚ ਆ ਸਕਣਗੇ। ਹੋਣਗੇ ਤਾਂ ਆਖਿਰਕਾਰ ਅਕਾਲੀ ਪਰਿਵਾਰਾਂ ਚੋਂ ਹੀ ਨਾ, ਕਿਉਂਕਿ ਬਿਜ਼ਨਸ ਸਾਂਝੇ ਨੇ, ਹਿੱਤ ਸਾਂਝੇ ਨੇ, ਉਹਨਾਂ ਹਿੱਤਾਂ ਨੂੰ ਹੁਣ ਖਤਰਾ ਖੜਾ ਹੋਇਆ, ਇਸ ਕਰਕੇ ਉਹਨਾਂ ਨੂੰ ਯੂਨਾਈਟ ਕਰਨ ਦੀ ਗੱਲ ਹੈ। ਦੇਖੋ, ਜੇ ਡੈਮੋਕ੍ਰੈਟਿਕ ਪਾਰਟੀ ਹੁੰਦੀ ਤਾਂ ਹੁਣ ਨੂੰ ਕਦ ਦੇ ਸਿਰ ਲੁੜਕ ਜਾਣੇ ਸੀ ਇਹਨਾਂ ਪਾਰਟੀਆਂ ਦਾ। ਕਾਂਗਰਸ ਦੀ ਵੀ ਇਹੀ ਦਸ਼ਾ, ਤੁਸੀਂ ਦੇਖੋ ਨਾ, ਲੁੜਕਦੇ ਫਿਰਦੇ ਨੇ, ਗਾਂਧੀ ਪਰਿਵਾਰ ਤੋਂ ਬਾਹਰ ਨਹੀਂ ਜਾ ਸਕਦੇ। ਇਹੀ ਅਕਾਲੀ ਦਲ ਦੀ ਟ੍ਰੈਜਡੀ ਹੈ ਕਿ ਬਾਦਲ ਪਰਿਵਾਰ ਤੋਂ ਅਕਾਲੀ ਦਲ ਬਾਹਰ ਨਹੀਂ ਜਾ ਸਕਦਾ। ਪਰ ਇੱਕ ਦਿਖਾਵਾ ਜ਼ਰੂਰ ਇਹ ਕਰਨਗੇ, ਯਾਰ ਇਹਨੂੰ ਲੋੜ ਵੀ ਇਸ ਟਾਈਮ ਕਰਨ ਦੀ। ਜੇ ਇਹ ਜੈਨੂਅਨਲੀ ਇਹਨੂੰ ਲਾਗੂ ਕਰਨ ਤਾਂ ਇਹਦੇ ਨਾਲ ਅਕਾਲੀ ਦਲ ਦਾ ਥੋੜਾ ਜਿਹਾ ਪ੍ਰਭਾਵ ਵਧੀਆ ਵੀ। ਇਸ ਵਾਲੇ ਪਾਸੇ ਆਵਾਂਗੇ ਕਿ ਇਹ ਜਿਹੜੇ ਪੁਆਇੰਟ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਕਿੰਨਾ ਕੁ ਫਾਇਦਾ ਜਿਹੜਾ ਹੋਣ ਜਾ ਰਿਹਾ। ਪਰ ਉਸ ਤੋਂ ਪਹਿਲਾਂ ਇੱਕ ਹੋਰ ਅਹਿਮ ਪੁਆਇੰਟ, ਇਹ ਕਹਿੰਦੇ ਕਿ ਅਸੀਂ ਇੱਕ ਡਿਸਪਲਿਨਰੀ ਕਮੇਟੀ ਕਹਿੰਦੇ ਬਣਾਉਣੀ ਹੈ, ਖਾਸ ਤੌਰ ਤੇ ਜਗਮੀਤ ਬਰਾੜ ਅਤੇ ਮਨਪ੍ਰੀਤ ਸਿੰਘ ਅਯਾਲੀ ਨੂੰ ਸੁਨੇਹਾ ਦਿੱਤਾ ਹੈ ਕਿ ਜਿਹੜੇ ਮੀਡੀਆ ਦੇ ਵਿੱਚ ਜਾ ਕੇ ਜਿਹੜੇ ਬਿਆਨਬਾਜ਼ੀਆਂ ਜਿਨ੍ਹਾਂ ਨੇ ਕੀਤੀਆਂ ਨੇ ਉਹਨਾਂ ਦੇ ਉੱਪਰ ਐਕਸ਼ਨ ਲਿਆ ਜਾਊਗਾ। ਡਿਸਪਲਿਨ ਕਮੇਟੀ ਜਿਹੜੀ ਆ ਉਹਨਾਂ 'ਤੇ ਐਕਸ਼ਨ ਲਊਗੀ। ਭਵਿੱਖ ਦੇ ਵਿੱਚ ਅਸੀਂ ਆਪਣੇ ਲੀਡਰਾਂ ਨੂੰ ਸਾਫ਼ ਤੌਰ 'ਤੇ ਕਹਿਤਾ ਕਿ ਕਿਸੇ ਨੇ ਮੀਡੀਆ ਦੇ ਵਿੱਚ ਨਹੀਂ ਜਾਣਾ, ਜਿਹੜੀ ਗੱਲਬਾਤ ਕਰਨੀ ਉਹਨੇ ਸਾਡੇ ਨਾਲ ਆ ਕੇ ਕਰਨੀ ਹੈ, ਸਾਡੇ ਕੋਲੇ ਆ ਕੇ ਗੱਲਬਾਤ ਜਿਹੜੀ ਆ ਉਹ ਕਰੇ। ਇਹਦਾ ਭਾਵ ਇਹ ਹੈ ਕਿ ਮੰਨਣ ਨਾ ਮੰਨਣ ਸੁਖਬੀਰ ਆਪਦੀ ਮਰਜ਼ੀ ਹੈ, ਡਿਕਟੇਟਰਸ਼ਿਪ ਇੱਕ ਤਰੀਕੇ ਨਾਲ ਚਲਾਉਣ ਦੀ ਇਹ ਆਪਾਂ ਕਹਿ ਸਕਦੇ ਅੰਦਰ ਖਾਤੇ ਕੋਸ਼ਿਸ਼ ਹੈ। ਤੇ ਇਹ ਕੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਮਨਪ੍ਰੀਤ ਅਯਾਲੀ ਅਤੇ ਸਿੱਧੇ ਤੌਰ ਤੇ ਜਗਮੀਤ ਬਰਾੜ ਨੂੰ ਇਹ ਧਮਕੀ, ਕੀ ਲੱਗਦਾ ਹੈ ਕਿ ਜਗਮੀਤ ਬਰਾੜ ਤਾਂ ਚਲੋ ਬਹੁਤਾ ਨਹੀਂ, ਮੈਨੂੰ ਲੱਗਦਾ ਕਿ ਇੰਨਾ ਫਰਕ ਨਹੀਂ ਪੈਣ ਵਾਲਾ ਉਹਨਾਂ ਦੇ ਉੱਪਰ ਕਿਸੇ ਤਰੀਕੇ ਦਾ ਐਕਸ਼ਨ ਲੈਣ ਦੇ ਨਾਲ, ਪਰ ਮਨਪ੍ਰੀਤ ਸਿੰਘ ਅਯਾਲੀ ਨੇ ਜਿਸ ਤਰੀਕੇ ਦੇ ਨਾਲ ਆਪਣੀ ਛਵੀ ਬਣਾਈ ਹੈ, ਜਿਸ ਤਰੀਕੇ ਦੇ ਨਾਲ 69 ਸੀਟਾਂ ਦੇ ਵਿੱਚੋਂ ਇੱਕੋ ਇੱਕ ਕੈਂਡੀਡੇਟ ਨੇ ਜਿਹੜੇ ਮਾਲਵੇ ਦੇ ਵਿੱਚੋਂ ਜਿੱਤ ਕੇ ਗਏ ਨੇ, ਤਾਂ ਜੇ ਉਹੋ ਜਿਹੇ ਬੰਦੇ ਦੇ ਉੱਪਰ, ਕਿਉਂਕਿ ਪਹਿਲਾਂ ਜਿਮਨੀ ਚੋਣ ਸਰਕਾਰ ਦੀ ਹਨੇਰੀ ਦੇ ਵਿੱਚ ਜਿਹੜੀ ਚੋਣ ਜਿੱਤਣੀ, ਫਿਰ ਆਪ ਦੀ ਹਨੇਰੀ ਦੇ ਵਿੱਚ ਚੋਣ ਜਿੱਤਣੀ, ਤਾਂ ਇਲਾਕੇ ਦੇ ਵਿੱਚ ਉਹਨਾਂ ਦੀ ਚੰਗੀ ਪੈਂਠ ਹੈ ਤੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਨਾਮ ਵੀ ਹੋਇਆ। ਇੱਕ ਵਾਰੀ ਆਵਾਜ਼ ਉੱਠ ਰਹੀ ਸੀ ਕਿ ਮਨਪ੍ਰੀਤ ਸਿੰਘ ਅਯਾਲੀ ਹੁਣੀ ਪ੍ਰਧਾਨ ਹੋਣੇ ਚਾਹੀਦੇ ਆ, ਤੇ ਜੇ ਉਹਨਾਂ ਦੇ ਉੱਪਰ ਕਿਸੇ ਤਰੀਕੇ ਦੀ ਕਾਰਵਾਈ ਹੁੰਦੀ ਹੈ ਤਾਂ ਕਿਵੇਂ ਦੇਖਦੇ ਹੋ ਕਿ ਕਿਹੋ ਜਿਹੀ ਸਥਿਤੀ ਰਹਿਣ ਵਾਲੀ ਹੈ? ਮੇਰੇ ਖਿਆਲ 'ਚ ਐਸੀ ਕੋਈ ਗੱਲ ਨਹੀਂ ਲੱਗਦੀ। ਮਨਪ੍ਰੀਤ ਅਯਾਲੀ ਇਹਨਾਂ ਦੇ ਵਿੱਚ ਕਾਫੀ ਰਿਸਪੈਕਟੇਬਲ ਲੀਡਰ ਹੈ, ਉਹਨੂੰ ਅਫੋਰਡ ਨਹੀਂ ਕਰ ਸਕਣਗੇ ਕੱਢਣਾ। ਇੱਕ ਤਾਂ ਜਿਹੜਾ ਅੱਗੇ ਹੋਰ ਜਿਹੜਾ ਹੁੰਦਾ ਨਾ ਕਿ ਥੋੜਾ ਬਹੁਤ ਰਿਵੋਲਟ ਕੋਈ ਨਾ ਉੱਠੇ, ਕਿਉਂਕਿ ਮਲੂਕਾ ਸਾਹਿਬ ਨੂੰ ਬਣਾਇਆ ਹੈ ਡਿਸਪਲਿਨਰੀ ਕਮੇਟੀ ਦਾ ਮੇਰੇ ਖਿਆਲ ਪ੍ਰਧਾਨ, ਜੀ ਉਹ ਇੱਕ ਡਾਢੇ ਲੀਡਰ ਦੇ ਤੌਰ ਤੇ ਮਸ਼ਹੂਰ ਨੇ, ਤੇ ਨਾਲ ਇਹ ਕਹਿਤਾ ਵੀ ਪ੍ਰੈਸ ਦੇ ਵਿੱਚ ਨਾ ਜਾਓ। ਇਹ ਤਾਂ ਜਿਹੜਾ ਪਹਿਲਾ ਡੈਮੇਜ ਹੋ ਚੁੱਕਿਆ ਉਹਨੂੰ ਕੰਟਰੋਲ ਕਰਨ ਦੀ ਗੱਲ ਹੈ। ਮੇਰੇ ਖਿਆਲ ਐਕਸ਼ਨ ਕਿਸੇ ਤੇ ਨਹੀਂ ਲਿਆ ਜਾਊਗਾ। ਸਿਰਫ ਇਹ ਹੈ ਕਿ ਬਾਦਲ ਪਰਿਵਾਰ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ, ਜਿਵੇਂ ਚੰਦੂ ਮਾਜਰਾ ਸਾਹਿਬ ਵੀ ਨਾਲ ਹੀ ਆ ਕੇ ਬੈਠੇ ਨੇ, ਉਹਨਾਂ ਨੂੰ ਇੱਕ ਸੁਨੇਹਾ ਹੈ ਕਿ ਸਾਡੇ ਬਿਨਾਂ ਗੱਲ ਨਹੀਂ ਚੱਲਣੀ, ਇਸ ਕਰਕੇ ਇਕੱਠੇ ਹੋਈਏ। ਉਹਨਾਂ ਦੇ ਵੀ ਸਾਰਿਆਂ ਦੇ ਬਿਜ਼ਨਸ ਹੁੰਦੇ ਨੇ, ਮਜਬੂਰੀਆਂ ਹੁੰਦੀਆਂ ਨੇ, ਮਤਲਬ ਠੀਕ ਹੈ ਉਹਨਾਂ ਨੇ ਰੌਲਾ ਰੱਪਾ ਜਿੰਨਾ ਕੁ ਪਾਉਣਾ ਸੀ ਪਾ ਲਿਆ, ਤੇ ਪਰ ਮੇਰਾ ਖਿਆਲ ਹੈ ਰਲ ਕੇ ਹੀ ਚੱਲਣਗੇ ਇਹ, ਔਰ ਇਹਨਾਂ ਦਾ ਫਾਇਦਾ ਵੀ ਇਹਨਾਂ ਨੂੰ ਇਸ ਚੀਜ਼ ਹੈ ਵੀ ਜੇ ਆਪਸ ਵਿੱਚ ਰਲ ਕੇ ਚੱਲਣ। ਬਿਲਕੁਲ। ਆਖਰੀ ਸਵਾਲ ਹੈ ਸਰ ਕਿ ਜਿਸ ਤਰੀਕੇ ਦੇ ਨਾਲ ਇਹ ਪੂਰੇ ਫੈਸਲੇ, ਹਾਲਾਂਕਿ ਪੁਆਇੰਟ 13 ਨੇ ਪਰ ਮੇਨ ਜਿਹੜੇ ਡਿਸਕਸ ਕਰਨ ਵਾਲੇ ਸੀ ਉਹ ਆਪਾਂ ਕੀਤੇ ਨੇ, ਪਰ ਜਿਸ ਤਰੀਕੇ ਦੇ ਨਾਲ ਇਹ ਪੁਆਇੰਟ ਲਏ ਗਏ ਆ ਇਹਨਾਂ ਦੇ ਵੱਲੋਂ, ਜਿਹੜੇ ਆਪਾਂ ਮੇਨ ਪੁਆਇੰਟਾਂ ਦੀ ਉਹ ਗੱਲ ਕਰ ਲਈਏ, ਕੀ ਲੱਗਦਾ ਕਿ ਜੇ ਇਹਨਾਂ ਦੇ ਉੱਪਰ ਸਹੀ ਤਰੀਕੇ ਦੇ ਨਾਲ ਅਮਲ ਹੋ ਜੇ ਤਾਂ ਕੀ ਲੱਗਦਾ ਕਿ ਅਕਾਲੀ ਦਲ ਨੂੰ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਫਾਇਦਾ ਹੋ ਸਕਦਾ?
ਦੇਖੋ ਅਕਾਲੀ ਦਲ ਨੂੰ ਲੋਕਾਂ ਨੇ ਤਾਂ ਰਿਜੈਕਟ ਕਰਤਾ ਇੱਕ ਵਾਰੀ, ਕਿਉਂਕਿ ਆਪ ਦੀ ਨੇਰੀ ਬੜੀ ਵੱਡੀ ਸੀ। ਹੂੰ ਹੁਣ ਜਿਹੜੀ ਸਮੱਸਿਆ ਆ ਰਹੀ ਹੈ ਕਿ ਲੋਕ ਅਜੇ ਵੀ ਬੇਚੈਨ ਨੇ, ਆਪ ਉਸ ਤਰ੍ਹਾਂ ਜਿਹੜੇ ਸੁਪਨੇ ਦਿਖਾਏ ਸੀ ਉਹ ਪੂਰੇ ਕਰ ਨਹੀਂ ਪਾ ਰਹੀ। ਹੂੰ ਇਸ ਕਰਕੇ ਜਿਹੜਾ ਮੁੜ ਕੇ ਲੋਕਾਂ ਦਾ ਕਿਸੇ ਪਾਸੇ ਨੂੰ ਆਉਣਾ ਹੈ, ਉਹਦੇ ਚੋਂ ਅਕਾਲੀ ਦਲ ਕਿੰਨਾ ਕੁ ਆਪਣੇ ਆਪ ਨੂੰ ਵਧੀਆ ਪੇਸ਼ ਕਰ ਸਕਦਾ ਹੈ, ਕਿੰਨਾ ਕੁ ਇਹ ਦੱਸ ਸਕਦੇ ਨੇ ਕਿ ਜੋ ਵੀ ਸਾਤੋਂ ਪਾਸਟ ਦੇ ਵਿੱਚ ਗਲਤੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਦੂਰ ਕਰਾਂਗੇ, ਕਿੰਨੀ ਐਕਟਿਵਲੀ ਸਾਰਾ ਕੁਝ ਕਰਦੇ ਨੇ, ਉਹ ਬੜਾ ਜ਼ਰੂਰੀ ਹੈ। ਕਿਉਂਕਿ ਇਹਨਾਂ ਦੇ ਉੱਪਰ ਹਮਲੇ ਅਜੇ ਆਉਣ ਵਾਲੇ ਸਮੇਂ 'ਚ ਹੋਣਗੇ, ਜਿਸ ਤਰ੍ਹਾਂ ਕਾਂਗਰਸ ਤੇ ਹੋ ਰਹੇ ਨੇ। ਜੇ ਤਾਂ ਕਰਪਟ ਬੰਦਿਆਂ ਲਈ ਹੀ ਧਰਨੇ ਲਾਉਣਗੇ, ਫਿਰ ਤਾਂ ਮੇਰਾ ਖਿਆਲ ਹੈ ਕੋਈ ਫਾਇਦਾ ਨਹੀਂ, ਫਿਰ ਤਾਂ ਆਪਣੇ ਪਰਿਵਾਰ ਬਚਾਉਣ ਦਾ ਹੀ ਮਸਲਾ ਹੈ। ਪਰ ਜੇ ਥੋੜਾ ਜਿਹਾ ਇਹ ਵਿਸ਼ਾਲ ਕਰ ਸਕਣ ਆਪਣਾ ਘੇਰਾ, ਇੱਕ ਰੀਜਨਲ ਪਾਰਟੀ ਦਾ ਸਕੋਪ ਪੰਜਾਬ ਦੇ ਵਿੱਚ ਪਿਆ ਹੈ, ਪਰ ਆਪਣੀਆਂ ਪਿਛਲੀਆਂ ਗਲਤੀਆਂ ਸੁਧਾਰ ਕੇ ਹੋਰ ਡੈਮੋਕ੍ਰੈਟਿਕ ਹੋ ਕੇ, ਹੋਰ ਲੋਕ ਪੱਖੀ ਹੋ ਕੇ ਵਿਚਰਨ, ਤਾਂ ਇਹਨਾਂ ਨੂੰ ਇਨ ਦਾ ਲੌਂਗ ਰਨ ਇਸ ਗੱਲ ਦਾ ਕਾਫੀ ਫਾਇਦਾ ਹੋ ਸਕਦਾ ਹੈ। ਬਿਲਕੁਲ ਬਿਲਕੁਲ, ਯਾਨੀ ਕਹਿਣ ਦਾ ਭਾਵ ਜਿਵੇਂ ਜਿਹੜਾ ਇਹ ਸਾਰਾ ਕੁਝ ਕਰ ਰਹੇ ਆ, ਪਰ ਇਹਦਾ ਕੋਈ ਨੁਕਸਾਨ ਵੀ ਹੋ ਸਕਦਾ ਕਿਸੇ ਤਰੀਕੇ ਦੇ ਨਾਲ। ਨੁਕਸਾਨ ਇਹ ਹੋਊਗਾ ਕਿ ਲੜਾਈ ਹੈ ਜਿਹੜੀ ਉਹ ਗੁਰਦੁਆਰਿਆਂ ਦੇ ਕਬਜ਼ੇ ਲਈ ਹੋਣੀ ਹੈ। ਸੈਂਟਰ ਵੀ ਤੇ ਹੋਰ ਜਿਹੜੀਆਂ ਏਜੰਸੀਆਂ ਨੇ ਉਹ ਬੇਸਿਕਲੀ ਖਾਲਿਸਤਾਨ ਦਾ, ਸਿੱਖ ਖਾੜਕੂਪਣੇ ਦਾ, ਸਿੱਖਾਂ ਦਾ ਜਿਹੜੇ ਦੂਜੇ ਤਬਕਿਆਂ ਨਾਲ, ਚਾਹੇ ਉਹ ਈਸਾਈ ਨੇ, ਗੁੱਜਰ ਨੇ ਜਾਂ ਹੋਰ, ਮਤਲਬ ਇਸ ਤਰ੍ਹਾਂ ਦਾ ਚੱਲ ਰਿਹਾ, ਪਹਿਲਾਂ ਹਿੰਦੂਆਂ ਨਾਲ ਚੱਲਿਆ, ਉਹ ਆਉਣ ਵਾਲੇ ਸਮੇਂ 'ਚ ਸਾਜ਼ਿਸ਼ਾਂ ਹੋਣੀਆਂ ਨੇ। ਜੇ ਤਾਂ ਯੂਨਾਈਟਿਡ ਹੋਣਗੇ, ਸਿੱਖਾਂ ਨੂੰ ਚੰਗੀ ਅਗਵਾਈ ਦੇ ਸਕਣਗੇ, ਪੰਜਾਬ ਦਾ ਵੀ ਥੋੜਾ ਬਹੁਤ ਭਲਾ ਹੋ ਸਕੂਗਾ, ਲੋਕਾਂ ਦਾ ਮਨ ਵੀ ਖੜ ਜਾਊਗਾ। ਜਿਹੜੀ ਸਰਕਾਰ ਦੇ ਖਿਲਾਫ ਰਿਜ਼ੈਂਟਮੈਂਟ ਹੈ ਉਹ ਇਹਨਾਂ ਦੇ ਹੱਕ 'ਚ ਭੁਗਤ ਜਾਊਗੀ। ਲੋਕਾਂ ਦੇ ਮਨ ਖੜਨ ਦੀ ਤੁਸੀਂ ਗੱਲ ਕੀਤੀ ਆ, ਇਹ ਜਿਹੜੇ ਫੈਸਲੇ ਅਕਾਲੀ ਦਲ ਨੇ ਲਏ ਆ, ਲੋਕ ਆਵਾਜ਼ ਵੀ ਇਹ ਸੀ ਕਿ ਪ੍ਰਧਾਨਗੀ ਸੁਖਬੀਰ ਨੂੰ ਛੱਡ ਦੇਣੀ ਚਾਹੀਦੀ ਹੈ। ਤੇ ਕੀ ਲੱਗਦਾ ਹੈ ਕਿ ਇਹ ਜਿਹੜੇ ਫੈਸਲੇ ਲਏ ਗਏ ਆ, ਕਿ ਲੋਕਾਂ ਦੇ ਮਨ ਦੇ ਵਿੱਚ ਇਹ ਫੈਸਲੇ ਘਰ ਘਰ ਪਾਉਣਗੇ, ਕਿ ਲੋਕ ਇਹਦੇ ਨਾਲ ਅਕਾਲੀ ਦਲ ਦੇ ਨਾਲ ਜੁੜ ਪਾਉਣਗੇ? ਦੇਖੋ, ਜੇ ਸੁਖਬੀਰ ਪ੍ਰਧਾਨਗੀ ਛੱਡ ਕੇ ਕਿਸੇ ਹੋਰ ਨੂੰ ਬਣਾਉਂਦੇ ਤਾਂ ਮੇਰਾ ਖਿਆਲ ਹੈ ਵੱਡੀ ਗੱਲ ਹੋਣੀ ਸੀ ਇਹ। ਪਰ ਇਹਦੇ 'ਚ ਹਿੱਤ ਬੜੇ ਡੂੰਘੇ ਹੁੰਦੇ ਨੇ, ਕਿਉਂਕਿ ਆਪਾਂ ਨੂੰ ਅੰਦਰਲੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ ਵੀ ਕੋਈ ਹੋਰ ਭਰੋਸੇਯੋਗ ਕੌਣ ਹੈ। ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਰਾਈ ਗਈ, ਸੁਖਬੀਰ ਇਕੱਲੇ ਤੋਂ ਨਹੀਂ ਸੀ ਸੰਭਲ ਰਿਹਾ ਫਰੰਟ। ਸੋ ਇਹ ਇਹਦਾ ਲੌਂਗ ਰਨ ਤਾਂ ਪਰਿਵਾਰਵਾਦ ਤੋਂ ਬਾਹਰ ਨਹੀਂ ਜਾਣਾ ਕੁਝ ਵੀ। ਪਰ ਇਹ ਜ਼ਰੂਰੀ ਹੈ ਕਿ ਮਤਲਬ ਇਹਨਾਂ ਨੂੰ ਜਿਹੜੇ ਬਾਕੀ ਲੀਡਰ ਨੇ, ਚਾਹੇ ਉਹ ਅਯਾਲੀ ਹੈ, ਚਾਹੇ ਜਗਮੀਤ ਬਰਾੜ ਹੈ, ਚਾਹੇ ਚੰਦੂ ਮਾਜਰਾ ਹੈ, ਇਹਨਾਂ ਸਾਰਿਆਂ ਨੂੰ ਥੋੜਾ ਜਿਹਾ ਸਪੇਸ ਵੱਧ ਦੇਣਾ ਪਊਗਾ। ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਜੇ ਫੈਸਲੇ ਪਹਿਲਾਂ ਦੀ ਤਰ੍ਹਾਂ ਹੀ ਕਰਦੇ ਰਹੇ, ਉਹ ਹੁਣ ਉਹਨੇ ਕਿਹਾ ਵੀ ਅਸੀਂ ਨੋਮੀਨੇਟ ਨਹੀਂ ਕਰਾਂਗੇ, ਇਲੈਕਸ਼ਨ ਹੋਊਗੀ ਬੂਥ ਲੈਵਲ ਦੀ, ਸਾਰਾ ਕੁਝ। ਇਲੈਕਸ਼ਨ ਆਪਾਂ ਨੂੰ ਪਤਾ ਕਿਸ ਤਰ੍ਹਾਂ ਹੁੰਦੀਆਂ ਨੇ ਪਾਰਟੀਆਂ ਦੇ ਵਿੱਚ। ਸੋ ਜੇ ਥੋੜਾ ਜਿਹਾ ਇਹ ਦਿਲ ਖੋਲਣਾ ਪਊਗਾ ਇਹਨਾਂ ਨੂੰ। ਜੇ ਨਹੀਂ ਖੋਲਦੇ ਤਾਂ ਫਿਰ ਇਤਿਹਾਸ ਨੇ ਇੱਕ ਵਾਰ ਤਾਂ ਇਹਨਾਂ ਨੂੰ ਸਿੱਟਤਾ ਡਸਟਬਿਨ ਦੇ ਵਿੱਚ, ਉਹਦੇ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਫਿਰ ਨਹੀਂ ਨਿਕਲ ਸਕਣਗੇ, ਫਿਰ ਹੋਰ ਹਨੇਰੀ ਕੋਈ ਉੱਠੂਗੀ ਜਿਸ ਤਰ੍ਹਾਂ ਕਿਸਾਨਾਂ ਦੀ ਉੱਠੀ ਸੀ, ਉਹਦੇ 'ਚ ਬਿਲਕੁਲ ਇਹ ਮਤਲਬ ਭੁੱਲ ਜਾਣਗੇ ਲੋਕ ਵੀ ਇਹ ਵੀ ਕਦੇ ਹੁੰਦੇ ਸੀ। ਬਿਲਕੁਲ। ਤਾਂ ਭੱਟੀ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਥੈਂਕ ਯੂ। ਤਾਂ ਇਹ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਪੂਰੀਆਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਭੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।